Hello friends, welcome to on my YouTube channel Be Educational Winners। ਫਰੈਂਡਸ ਅੱਜ ਅਸੀਂ ਮੋਸਟ ਐਕਸਪੈਕਟਡ 30 ਕੁਐਸਚਨਸ ਜੋ ਹਿਸਟਰੀ ਦੇ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ। ਬਹੁਤ ਹੀ ਹੈਲਪਫੁਲ ਵੀਡੀਓ ਹੋਏਗੀ ਸਾਰੇ ਹੀ ਕੈਂਡੀਡੇਟਸ ਦੇ ਲਈ ਜੋ ਆਪਣੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ, ਸਪੈਸ਼ਲੀ ਫॉर ਸੀਟੈਟ, ਪੀਐਸਟੈਟ, ਈਟੀਟੀ ਐਂਡ ਮਾਸਟਰ ਕਾਰਡਰ ਦੀ ਜੋ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ। ਅੱਜ ਫਰੈਂਡਸ ਇਸ ਵੀਡੀਓ ਦੇ ਵਿੱਚ ਅਸੀਂ ਹਿਸਟਰੀ ਦੇ ਕੁਐਸਚਨ ਜੋ ਹੋਣਗੇ ਉਸ ਦਾ ਸੈੱਟ 3 ਕਰਾਂਗੇ। ਇਸ ਤੋਂ ਪਹਿਲਾਂ ਅਸੀਂ 2 ਸੈੱਟ ਸਿਵਿਕਸ ਦੇ ਕੁਐਸਚਨਸ ਦੇ ਨਾਲ ਰਿਲੇਟਡ ਕਰ ਚੁੱਕੇ ਹਾਂ। ਸੋ ਅੱਜ ਦੇ ਵਿੱਚ ਤੁਹਾਨੂੰ ਵੀਡੀਓ ਵਿੱਚ ਮਿਕਸ ਕੁਐਸਚਨ ਦੇਖਣ ਨੂੰ ਮਿਲਣਗੇ, ਜਿਸ ਦੇ ਨਾਲ ਤੁਹਾਡਾ ਇੱਕ ਮਾਈਂਡ ਸੈਟਅਪ ਹੋਏਗਾ ਕਿਸ ਤਰ੍ਹਾਂ ਅਸੀਂ ਇੱਕ ਟੌਪਿਕ ਤੋਂ ਬਿਲਕੁਲ ਜੋ ਹੈ ਉਸ ਤੋਂ ਧਿਆਨ ਹਟਾ ਕੇ ਦੂਜੇ ਟੌਪਿਕ ਦੇ ਨਾਲ ਕੌਨਸੈਂਟਰੇਸ਼ਨ ਬਣਾ ਕੇ ਕੁਐਸਚਨ ਨੂੰ ਹੈ ਸਮਝਣਾ ਹੈ ਅਤੇ ਉਸਦਾ ਰਾਈਟ ਜੋ ਆਨਸਰ ਹੈ ਉਸਨੂੰ ਦੇਖਣਾ ਹੈ। ਸੋ ਬਹੁਤ ਹੀ ਇੰਪੋਰਟੈਂਟ ਵੀਡੀਓ ਹੋਏਗੀ ਫਰੈਂਡਸ ਸਾਰਿਆਂ ਦੇ ਲਈ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਨਵੇਂ ਹੋ ਚੈਨਲ 'ਤੇ, ਤਾਂ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਇਸ ਦੇ ਨਾਲ ਤੁਸੀਂ ਪਲੇਲਿਸਟ ਵਿੱਚ ਜੋ ਵੀ ਵੀਡੀਓਜ਼ ਪਹਿਲਾਂ ਅਸੀਂ ਕਰ ਚੁੱਕੇ ਹਾਂ ਉਹ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ। ਸੋ ਇਸ ਦੇ ਨਾਲ ਤੁਹਾਡੀ ਨੌਲੇਜ ਜੋ ਹੈ ਹੋਰ ਵੀ ਉਸ ਦਾ ਦਾਇਰਾ ਵੱਧਦਾ ਜਾਏਗਾ। ਇਸ ਦੇ ਨਾਲ ਤੁਹਾਡੀ ਜੋ ਪ੍ਰੈਪਰੇਸ਼ਨ ਵਧੀਆ ਹੋ ਸਕੇਗੀ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਜੋ ਕੁਐਸਚਨ ਅੱਜ ਡਿਸਕਸ ਕਰਨ ਜਾ ਰਹੇ ਹਾਂ, ਫਸਟ ਕੁਐਸਚਨ ਹੈ ਬਾਰਦੌਲੀ ਸੱਤਿਆਗ੍ਰਹਿ ਦਾ ਸੰਬੰਧ ਕਿਸ ਦੇ ਨਾਲ ਹੈ। ਜੋ ਬਾਰਦੌਲੀ ਸੱਤਿਆਗ੍ਰਹਿ ਹੋਇਆ ਉਸ ਦਾ ਸੰਬੰਧ ਕਿਸ ਦੇ ਨਾਲ ਹੈ, ਕਦੋਂ ਹੋਇਆ ਅਤੇ ਕਿਉਂ ਹੋਇਆ। ਇਸ ਦੇ ਵਿੱਚ ਸਾਰੇ ਹੀ ਫੈਕਟ ਅਸੀਂ ਇਸ ਦੇ ਨਾਲ ਰਿਲੇਟਡ ਜੋ ਡਿਸਕਸ ਕਰਾਂਗੇ। ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਸਰਦਾਰ ਵੱਲਭ ਭਾਈ ਪਟੇਲ ਦੇ ਨਾਲ ਇਸ ਦਾ ਜੋ ਹੈ ਸੰਬੰਧ ਹੈ ਬਾਰਦੌਲੀ ਸੱਤਿਆਗ੍ਰਹਿ ਦਾ। ਇਹ ਹੋਇਆ ਕਦੋਂ ਹੈ? ਇਹ ਹੋਇਆ ਹੈ 1928 ਈਸਵੀ ਦੇ ਵਿੱਚ ਗੁਜਰਾਤ ਦੇ ਵਿੱਚ। ਇਸ ਦੇ ਵਿੱਚ ਸੱਤਿਆਗ੍ਰਹਿ ਜੋ ਸ਼ੁਰੂ ਕਰਨ ਦਾ ਮੇਨ ਕਾਰਨ ਇਹ ਸੀ ਕਿ ਜੋ 30% ਤੋਂ 33% ਕਰ ਜੋ ਵਧਾਇਆ ਗਿਆ ਸੀ ਬ੍ਰਿਟਿਸ਼ਰਸ ਦੁਆਰਾ, ਠੀਕ ਹੈ। ਅਤੇ ਉਸ ਦੇ ਵਿਰੋਧ ਦੇ ਵਿੱਚ ਜੋ ਸਭ ਤੋਂ ਪਹਿਲਾਂ ਇਹ ਵਿਦਰੋਹ ਸਟਾਰਟ ਕੀਤਾ ਮੇੜਤਾ ਭਰਾਵਾਂ ਨੇ, ਜੋ ਕੰਵਰ ਅਤੇ ਕਲਿਆਣ ਜੀ ਸੀ, ਠੀਕ ਹੈ, ਦਿਆਲ ਜੀ ਸੀ, ਉਹਨਾਂ ਨੇ ਜੋ ਹੈ ਇਹ ਜੋ ਬਾਰਦੌਲੀ ਸੱਤਿਆਗ੍ਰਹਿ ਸੀ ਇਸ ਨੂੰ ਸ਼ੁਰੂ ਕੀਤਾ। ਅਤੇ ਇਸ ਦੇ ਵਿੱਚ ਜੋ ਮੇਨ ਜੋ ਧੁਰਾ ਬਣੇ, ਮੇਨ ਜੋ ਇਸ ਦੇ ਵਿੱਚ ਆਗੂ ਬਣੇ ਸਰਦਾਰ ਵੱਲਭ ਭਾਈ ਪਟੇਲ ਜੋ ਹੈ ਇਸ ਦੇ ਵਿੱਚ ਜੋ ਇਹਨਾਂ ਨੇ ਸਫਲ ਬਣਾਇਆ ਇਹ ਜੋ ਬਾਰਦੌਲੀ ਸੱਤਿਆਗ੍ਰਹਿ ਸੀ। ਔਰ ਇਹ ਜੋ ਸੱਤਿਆਗ੍ਰਹਿ ਸੀ ਬਹੁਤ ਹੀ ਜ਼ਿਆਦਾ ਵਿਆਪਕ ਸੰਗਠਿਤ ਸੱਤਿਆਗ੍ਰਹਿ ਸੀ ਅਤੇ ਸਫਲ ਹੋਣ ਵਾਲਾ ਸੱਤਿਆਗ੍ਰਹਿ ਸੀ, ਜਿਸ ਦੇ ਨਾਲ ਇਸ ਸੱਤਿਆਗ੍ਰਹਿ ਦੇ ਸਫਲ ਹੋਣ ਤੋਂ ਬਾਅਦ ਜੋ ਉੱਥੋਂ ਦੀਆਂ ਮਹਿਲਾਵਾਂ ਸਨ ਉਹਨਾਂ ਨੇ ਹੀ ਸਰਦਾਰ ਵੱਲਭ ਭਾਈ ਪਟੇਲ ਨੂੰ ਜੋ ਹੈ ਸਰਦਾਰ ਦੀ ਉਪਾਧੀ ਦਿੱਤੀ ਸੀ। ਕਿਸ ਦੀ ਉਪਾਧੀ ਤੁਸੀਂ ਯਾਦ ਰੱਖਣੀ ਹੈ? ਸਰਦਾਰ ਵੱਲਭ ਭਾਈ ਪਟੇਲ ਨੂੰ ਮਿਲੀ ਸਰਦਾਰ ਦੀ ਉਪਾਧੀ ਮਿਲੀ, ਜੋ ਉੱਥੋਂ ਦੀਆਂ ਮਹਿਲਾਵਾਂ ਨੇ ਉਹਨਾਂ ਨੂੰ ਦਿੱਤੀ ਸੀ। ਸੋ 1928 ਈਸਵੀ ਦੇ ਵਿੱਚ ਗੁਜਰਾਤ ਦੇ ਵਿੱਚ ਹੋਇਆ। ਇਸ ਤਰ੍ਹਾਂ ਸਾਰੇ ਹੀ ਇੰਪੋਰਟੈਂਟ ਫੈਕਟ ਤੁਸੀਂ ਇਸ ਸੱਤਿਆਗ੍ਰਹਿ ਦੇ ਨਾਲ ਦੇਖ ਸਕਦੇ ਹੋ। ਨੈਕਸਟ ਕੁਐਸਚਨ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਮੁਸਲਿਮ ਰਾਸ਼ਟਰਪਤੀ ਕੌਣ ਹੋਏ ਹਨ। ਜੇ ਤੁਹਾਨੂੰ ਫਰੈਂਡਸ ਇਸ ਦੇ ਵਿੱਚ ਕੁਐਸਚਨ ਕਾਫੀ ਆਉਂਦੇ ਹੋਣਗੇ, ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਣਾ ਹੈ ਕਿ ਇਸ ਦੇ ਵਿੱਚੋਂ ਤੁਹਾਡੇ ਕਿੰਨੀ ਨੌਲੇਜ ਤੁਹਾਡੀ ਜੋ ਹੈ ਸਹੀ ਇਸ ਦੇ ਨਾਲ ਕੁਐਸਚਨ ਤੁਹਾਡੇ ਰਹੇ ਹਨ। ਚੈੱਕ ਕਰ ਸਕਦੇ ਹੋ ਤੁਸੀਂ ਆਪਣੀ ਜੋ ਪ੍ਰੈਪਰੇਸ਼ਨ ਹੈ। ਸੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਮੁਸਲਿਮ ਰਾਸ਼ਟਰਪਤੀ ਦੀ ਗੱਲ ਕਰੀਏ ਤਾਂ ਇਸ ਦਾ ਜੋ ਰਾਈਟ ਆਨਸਰ ਹੋਏਗਾ ਉਹ ਹੋਏਗਾ ਬਦਰਉਦੀਨ ਤਯਜ਼ਬੀ। ਬਦਰਉਦੀਨ ਤਯਜ਼ਬੀ ਜੋ ਹੋਏ ਸਨ ਇਹ ਮੁਸਲਿਮ ਰਾਸ਼ਟਰਪਤੀ ਪਹਿਲੇ ਹੋਏ ਹਨ, ਠੀਕ ਹੈ। ਮੁਸਲਿਮ ਧਰਮ ਦੇ ਨਾਲ ਜੋ ਮੁਸਲਿਮ ਰਾਸ਼ਟਰਪਤੀ ਅਖਵਾਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਦਰਉਦੀਨ ਤਯਜ਼ਬੀ। ਔਰ ਇਹ ਤੀਜੇ ਰਾਸ਼ਟਰਪਤੀ ਸਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਉੱਦਾਂ, ਪਰ ਪਹਿਲੇ ਮੁਸਲਿਮ ਰਾਸ਼ਟਰਪਤੀ ਦਾ ਜੇਕਰ ਤੁਹਾਨੂੰ ਨਾਂ ਪੁੱਛਿਆ ਜਾਵੇ ਤਾਂ ਇੱਥੇ ਬਦਰਉਦੀਨ ਤਯਜ਼ਬੀ ਜੋ ਹੋਣਗੇ ਉਹ ਮੁਸਲਿਮ ਰਾਸ਼ਟਰਪਤੀ ਹੋਣਗੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਜੋ ਬਣੇ ਸਨ। ਨੈਕਸਟ ਕੁਐਸਚਨ ਇੰਪੋਰਟੈਂਟ ਤੁਸੀਂ ਦੇਖ ਸਕਦੇ ਹੋ ਪੂਰਨ ਸਵਰਾਜ ਕਦੋਂ ਅਪਣਾਇਆ ਗਿਆ। ਜੋ ਪੂਰਨ ਸਵਰਾਜ ਦੀ ਮੰਗ ਹੈ ਇਹ ਕਦੋਂ ਸਵੀਕਾਰ ਕੀਤੀ ਗਈ, ਕਦੋਂ ਪੂਰਨ ਸਵਰਾਜ ਜੋ ਹੈ ਅਪਣਾਇਆ ਗਿਆ, ਤਾਂ ਇਹ ਜੋ ਹੈ 1929 ਈਸਵੀ ਦੇ ਵਿੱਚ ਲਾਹੌਰ ਸੈਸ਼ਨ ਸੀ ਅਤੇ 1929 ਈਸਵੀ ਦੇ ਵਿੱਚ ਜੋ ਹੈ ਪੂਰਨ ਸਵਰਾਜ ਦਾ ਜੋ ਮਤਾ ਸੀ ਉਹ ਅਪਣਾਇਆ ਗਿਆ ਸੀ। ਸੋ ਇਸ ਤਰ੍ਹਾਂ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਨੈਕਸਟ ਕੁਐਸਚਨ ਹੈ 1947 ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ। ਭਾਰਤ ਦਾ ਵਾਇਸਰਾਏ ਪੁੱਛਿਆ ਗਿਆ ਹੈ। ਇਸ ਤਰ੍ਹਾਂ ਅਸੀਂ ਇੱਕ ਵੀਡੀਓ ਦੇ ਵਿੱਚ ਸਾਰੇ ਹੀ ਵਾਇਸਰਾਏ ਜੋ ਡਿਸਕਸ ਕਰਾਂਗੇ, ਜਿਵੇਂ ਪੇਪਰ ਦੇ ਵਿੱਚ ਐਗਜ਼ਾਮ ਰੈਲੇਵੈਂਟ ਕੁਐਸਚਨ ਪੁੱਛੇ ਜਾਂਦੇ ਹਨ। ਸੋ ਜੇਕਰ 1947 ਈਸਵੀ ਦੇ ਵਿੱਚ ਭਾਰਤ ਦਾ ਵਾਇਸਰਾਏ ਦੀ ਗੱਲ ਕਰੀਏ ਤਾਂ ਉਸ ਸਮੇਂ ਜੋ ਵਾਇਸਰਾਏ ਸੀ ਉਹ ਸੀ ਲਾਰਡ ਮਾਊਂਟਬੈਟਨ, ਠੀਕ ਹੈ। ਲਾਰਡ ਮਾਊਂਟਬੈਟਨ ਦਾ ਤੁਸੀਂ ਟਾਈਮ ਵੀ ਨੋਟ ਕਰ ਸਕਦੇ ਹੋ, ਨਾਲ ਤੁਸੀਂ ਨੋਟਸ ਵੀ ਬਣਾ ਸਕਦੇ ਹੋ ਕਿ ਜੋ ਭਾਰਤ ਦਾ ਵਾਇਸਰਾਏ 1947 ਈਸਵੀ ਵਿੱਚ ਕੌਣ ਰਿਹਾ, ਲਾਰਡ ਮਾਊਂਟਬੈਟਨ। ਉਸ ਦਾ ਟਾਈਮ ਪੀਰੀਅਡ ਸੀ ਜੋ ਵਾਇਸਰਾਏ ਦਾ 1947 ਤੋਂ 1948 ਈਸਵੀ ਤੱਕ ਦਾ। ਔਰ ਜੋ ਲਾਰਡ ਮਾਊਂਟਬੈਟਨ ਦੇ ਸਮੇਂ ਹੀ ਘੋਸ਼ਣਾ ਜੋ ਹੈ ਇਹ ਹੋਈ ਸੀ ਕਿ ਉਹਨਾਂ ਨੇ ਘੋਸ਼ਣਾ ਕੀਤੀ ਸੀ 3 ਜੂਨ 1947 ਈਸਵੀ ਵਿੱਚ
कि वंड ही जो वंड हुई सी पाकिस्तान की, ठीक है। सो पाकिस्तान के रूप में जो समस्या चल रही सी, ठीक है, उसका की हल सी, एक वंड ही जो है उस समस्या का हल सी जो पाकिस्तान के रूप में जो है सी, ठीक है, समस्या। सो घोषणा कदों हुई सी, ये 3 जून 1947। इस तरह भी तुहानूं फैक्ट पूछा जा सकता है। सो लॉर्ड माउंटबेटन के जो टाइम पीरीयड दे विच ही जो है भारत का वायसराय भी ये सी ते घोषणा भी जो वंड भी इस समय हुई सी, ठीक है। सो इस तरह तुसीं याद रख सकते हो फैक्ट नूं। नैक्सट क्वेश्चन तुसीं देख सकते हो, नवे भारत का पैगंबर किस नूं कहा जाता है? नवे भारत का पैगंबर किस नूं कहा जाता है? जो जेकर असी जो समाज सुधारका वाला जो असी टॉपिक करते हैं उस तुहानूं देखण नूं मिलेगा सब तो पहला सुधार किसने शुरू किए सी, ठीक है। सो नवे भारत का पैगंबर कौन बनया सी? इस तरह के क्वेश्चन पेपर में पूछ ले जा सकते हैं। सो नवे भारत का पैगंबर कहा जाता है राजा राम मोहन राय नूं, ठीक है। इन्हां नूं ही जो है नवे भारत का पैगंबर कहा गया। तो इस दे नाल ही इंपॉर्टेंट फैक्ट तुसीं नोट कर सकते हो, ब्रह्मो समाज के जो सन ये संस्थापक सन। इस तरह के क्वेश्चन पीटैट विच जो रिपीट होए देखे जाते हैं मास्टर कार्डर दे विच। सो राजा राम मोहन राय नूं नवे भारत का पैगंबर कहा गया, ब्रह्मो समाज के संस्थापक कहा जाता है। इस दे नाल ही वो पश्चिमी सिक्ख्या का प्रसार ते महिलावां दे लई ज़्यादा सुतंत्रता दे जो उहदे विच पक्ष विच सन, ठीक है। पश्चिमी सिक्ख्या का प्रसार करन दे विच महिलावां दे लई सुतंत्रता के पक्ष विच सन। इस तरह पूछा जा सकता है पश्चिमी सिक्ख्या के प्रसार ते महिलावां दे पक्ष दे विच किहड़े जो समाज सुधारक होए हैं, ठीक है। सो इस तरह तुसीं सारे ही फैक्ट इंपॉर्टेंट इस तरह रीड कर सकते हो। एक माइंड सैटअप जो है उन्होंने नाम के नाल रिलेटेड बन जाता है कि उन्होंने जो है नवे भारत का पैगंबर का जो है उन्होंने नाम मिलिया है, ब्रह्मो समाज के संस्थापक बने हैं, तो पश्चिमी सिक्ख्या का प्रसार में भी उन्होंने योगदान रहा है, महिलावां के लिए भी सुतंत्रता के पक्ष की उन्होंने गल की है। सो नैक्सट क्वेश्चन असी देख सकते हैं, सल्तनत काल विच हक ए शरब की सी? किस नूं कहा जाता सी सल्तनत काल दे विच हक ए शरब? ये की सी? सो ये बहुत ही इंपॉर्टेंट क्वेश्चन जो है एग्जाम रैलेवेंट है, पेपर विच जो है आउण दी बहुत ही ज़्यादा जो चांसिस है इसदे, क्योंकि ये अलग जे क्वेश्चन अज की वीडियो दे विच मैं इस दे विच जो लए हैं तां जो तुहाडी जो तैयारी तुहाडी इस दे विच तुसीं अपनी चैक कर सको। सो सल्तनत काल विच हक ए शरब की सी? तां ये एक सिंचाई कर नूं कहा जाता है, ठीक है। सल्तनत काल दे विच जो हक ए शरब सी एक सिंचाई कर दा नाम सी, ठीक है। हक ए शरब तुसीं याद रखना है, नोट कर लेना है, सिंचाई कर है, ठीक है। नैक्सट क्वेश्चन है, भगवत गीता का अंग्रेजी विच अनुवाद करन वाला यूरोपीयन कौन सी? भगवती गीता जो है उसका अंग्रेजी दे विच अनुवाद किसने किया, किहड़ा यूरोपीयन सी, उसका नाम की सी? सो इसका राइट आंसर है चार्ल्स विलिंकिस सी, जिसने जो है भगवत गीता का अंग्रेजी दे विच अनुवाद किया सी, चार्ल्स विलिंकिस ने, ठीक है। सो नैक्सट क्वेश्चन है, दूसरे एंग्लो मैसूर युद्ध विच बंगाल का गवर्नर कौन रहा सी? दूसरे एंग्लो युद्ध दे विच बंगाल का मैसूर युद्ध दे विच बंगाल का गवर्नर जनरल कौन सी? सो इसका राइट आंसर है वॉरेन हेस्टिंग। वॉरेन हेस्टिंग सी जो दूसरे एंग्लो मैसूर युद्ध विच बंगाल का गवर्नर जनरल रहा, और कदों तो कदों तक रहा? 1772 तो लैके 1785 ईस्वी तक का इसका टाइम पीरीयड है जो एक गवर्नर जनरल जो है रहा सी। इस दे द्वारा ही इंपॉर्टेंट फैक्ट जो इस दे विच ऐड किए हैं कि जेकर तुहानूं दोहरी शासन प्रणाली किसने शुरू की, तो ये जो है वॉरेन हेस्टिंग ने जो है तुसीं देख सकते हो 1772 ईस्वी दे विच ये शुरू हुई सी दोहरी शासन प्रणाली जो है। और रैगूलेटिंग एक्ट जो है इसनूं भी तुसीं देख सकते हो भी वॉरेन हेस्टिंग के टाइम जो शुरू होया सी, लागू किया गया सी 1773 ईस्वी दे विच। ते रैगूलेटिंग एक्ट के अधीन ही जो है एक सुप्रीम कोर्ट की स्थापना हुई सी। जेकर पूछा जाए कित्थे हुई सी तां ओह कलकत्ता दे विच हुई सी। सो इस दे नाल तुहाडे 3-4 क्वेश्चन जो हैं वो कवर हुंदे हैं। दोहरी शासन प्रणाली कदों जो है शुरू की गई, रैगूलेटिंग एक्ट कदों जो है लागू होया, पास होया, इस दे विच की जो है सुप्रीम कोर्ट की स्थापना कित्थे हुई, किस रैगूलेटिंग एक्ट के नाल जो है एक सुप्रीम कोर्ट की स्थापना की गई, कदों होया, ये सारे ही फैक्ट इस तरह घुमा फिरा के जो पेपर के विच एग्जाम रैलेवेंट इस तरह पूछ ले जाते हैं। सो नैक्सट क्वेश्चन है, अंग्रेज़ों का पहला व्यापारक केंद्र किहड़ा सी? अंग्रेज़ों ने सब तो पहला किस जगह नूं जो है अपना व्यापारक केंद्र बनाया? इसका राइट आंसर है सूरत।
सूरत ਨੂੰ जो है अंग्रेज़ों ने सब तो पहला जो है अपना व्यापारक केंद्र चुनिया सी। सो इस तरह क्वेश्चन तुसी नोट कर सकते हो इसका आंसर। जेकर पुर्तगालियां की गल करिए, जो पुर्तगाली होए सन वो जो उन्होंने आक्रमण किए, उन्होंने भी अपना जो व्यापारिक जो अपने उन्होंने मनोरथ रखे सी अपनी व्यापारक जो शक्ति ਨੂੰ मजबूत करने ਦੇ ਲਈ। सो उन्होंने भी एक प्रमुख केंद्र बनाया, वो ਕਿਹੜਾ ਸੀ ਸਾਡਾ ਨੈਕਸਟ क्वेश्चन है पुर्तगालियां ਦਾ प्रमुख व्यापारक केंद्र। सो इसका राइट आंसर जो है वो है गोवा। जेकर अंग्रेज़ों का पूछा जाए तो सूरत है पहला व्यापारक केंद्र, जेकर पुर्तगालियां का पूछा जाए पहला प्रमुख व्यापार केंद्र तो वो सी गोवा। नैक्सट क्वेश्चन है भारत का पहला वायसराय कौन होया सी? भारत का जो पहला वायसराय कौन बनया? सो इसका राइट आंसर है लॉर्ड कैनिंग। लॉर्ड कैनिंग ही सी जो भारत का पहला वायसराय जो सी वो चुनिया गया सी। नैक्सट क्वेश्चन है टीपू सुल्तान का पूरा नाम की सी? इस तरह तो क्वेश्चन पूछ लिया जा सकता है टीपू सुल्तान का पूरा नाम। सो इसका पूरा नाम सी सुल्तान फतेह अली खान। ठीक है, सुल्तान फतेह अली खान जो है टीपू सुल्तान का जो है पूरा नाम सी। नैक्सट क्वेश्चन तुसीं देख सकते हो ब्रिटिश संसद का मैंबर बनने वाला पहला भारती कौन सी? जो ब्रिटिश संसद का मैंबर बनया वो पहला भारती कौन सी? इसका राइट आंसर है दादा भाई नौरोजी। ठीक है, दादा भाई नौरोजी जी सन जो ग्रैंड जो इन्हों कहा जाता है। ठीक है, ग्रैंड मैन जो ओल्ड मैन कहा जाता है। सो ये भी इन्हों के रिलेटेड इंपॉर्टेंट फैक्ट है कि ये जो सन ब्रिटिश संसद के मैंबर बनने वाले पहले भारती हुए सन। ठीक है, तुसी नोट कर लेना दादा भाई नौरोजी। नैक्सट इंपॉर्टेंट क्वेश्चन है नादर शाह हमले समय दिल्ली का शासक कौन सी? जो नादर शाह ने हमला किया है तो दिल्ली का उस समय शासक कौन सी? इसका राइट आंसर है मुहम्मद शाह। ठीक है, मुहम्मद शाह के समय जो दिल्ली का शासक सी मुहम्मद शाह, उसके समय जो नादर शाह ने जो है वो हमले किए सी। नैक्सट क्वेश्चन है एशियाटिक सोसाइटी ऑफ बंगाल की स्थापना किसने ते कदों की? एशियाटिक सोसाइटी ऑफ बंगाल की स्थापना किसने ते कदों की? वेरी वेरी इंपॉर्टेंट क्वेश्चन है। सो इसका राइट आंसर है विलियम जोन्स के द्वारा जो है ये हुई सी एशियाटिक सोसाइटी ऑफ बंगाल की स्थापना। और कदों हुई सी? 1784 ईस्वी दे विच हुई सी वॉरेन हेस्टिंग के समय। असीं वॉरेन हेस्टिंग का टाइम पीरीयड जो किया है सो उसके समय ही जो है विलियम जोन्स ने की किया एशियाटिक सोसाइटी ऑफ बंगाल की स्थापना की सी। वेरी इंपॉर्टेंट क्वेश्चन है। इस दे नाल नैक्सट क्वेश्चन है इंग्लैंड हाउस ऑफ कॉमन द्वारा किहड़े गवर्नर जनरल ते महादोष लगाया गया? जो इंग्लैंड हाउस ऑफ कॉमन द्वारा किहड़े गवर्नर जनरल ते महादोष लगाया गया सी? मोस्ट इंपॉर्टेंट क्वेश्चन। इसका राइट आंसर है वॉरेन हेस्टिंग ते। वॉरेन हेस्टिंग ते जो है इंग्लैंड हाउस ऑफ कॉमन द्वारा गवर्नर जनरल जो सी ये वॉरेन हेस्टिंग इस ते महादोष जो है वो लगाया गया सी। नैक्सट इंपॉर्टेंट क्वेश्चन है अवध का सुतंत्र राज संस्थापक कौन सी? अवध की स्थापना जो सुतंत्र राज कदों बनया तो इसका संस्थापक कौन सी? सो इसका जो है बुरहान उल मुल्क सादत खां जो है 1722 ईस्वी दे विच इसदे जो हैं सुतंत्र राज संस्थापक जो बने हैं सूबेदार बने हैं। सो टाइम पीरीयड भी पूछ लिया जाता है अवध कदों सुतंत्र होया, इसदे जो कौन सुतंत्र संस्थापक बने? सो बुरहान उल मुल्क सादत खां 1722 ईस्वी दे विच जो है इसके जो हैं सूबेदार बने सन। नैक्सट इंपॉर्टेंट क्वेश्चन है 18वां मराठियां तो बाद गुरीला युद्ध प्रणाली का प्रयोग किसने किया? जो गुरीला युद्ध प्रणाली सी जो सिखा ने भी अपनाई सी। सो वो जो मराठियां तो बाद गुरीला युद्ध प्रणाली का प्रयोग किसने किया? इत्थे तुहानू नाम पूछा गया है। सो इसका आंसर है मलिक अंबर ने। ठीक है, जो मराठियां तो बाद जो गुरीला युद्ध प्रणाली है उसका प्रयोग करने वाला व्यक्ति कौन सी? मलिक अंबर। नैक्सट इंपॉर्टेंट क्वेश्चन है गांधी जी नू सब तो पहला राष्ट्रपिता किसने कहा? 19वां क्वेश्चन है गांधी जी नू सब तो पहला राष्ट्रपिता की जो उपाधि है राष्ट्रपिता किसने किया है? सो ये किया सी सुभाष चंद्र बोस ने। ठीक है, सुभाष चंद्र बोस होए हैं जिन्हों ने सब तो पहला जो है गांधी जी नू राष्ट्रपिता जो है कह पुकारिया सी कहा सी। सो सुभाष चंद्र बोस तुसी देख सकते हो, नोट कर सकते हो, क्वेश्चन बहुत इंपॉर्टेंट हैं सारे। सब तो पहला राष्ट्रपति शासन कदों लागू होया? नैक्सट जो 20वां क्वेश्चन है राष्ट्रपति शासन सब तो पहला कदों लागू होया? समा पूछा गया है। इसका जो टाइम पीरीयड सी 20 जून 1951 ईस्वी दे विच 20 जून 1951 ईस्वी दे विच जो है सब तो पहला राष्ट्रपति शासन जो है वो लागू होया। ठीक है,
ਨੈਕਸਟ ਕੁਐਸਚਨ ਜੋ ਹੈ ਬਹੁਤ ਹੀ ਇੰਪੋਰਟੈਂਟ, ਪਹਿਲੀ ਰਾਜਪਾਲ ਬਣਨ ਵਾਲੀ ਇਸਤਰੀ ਕੌਣ ਸੀ? ਇਸ ਤਰ੍ਹਾਂ ਤੁਹਾਨੂੰ ਕੁਐਸਚਨ ਪੁੱਛ ਲਿਆ ਜਾ ਸਕਦਾ ਹੈ, ਪਹਿਲਾ ਰਾਜਪਾਲ ਕੌਣ ਬਣਿਆ, ਪਹਿਲਾ ਰਾਜਪਾਲ ਬਣਨ ਵਾਲੀ ਇਸਤਰੀ ਕੌਣ ਸੀ? ਸੋ ਇਸ ਤਰ੍ਹਾਂ ਦੀਆਂ ਜੋ ਤੁਸੀਂ ਸਾਰੇ ਇੰਪੋਰਟੈਂਟ ਫੈਕਟ ਕਲੀਅਰ ਕਰਨ ਦੇ ਲਈ ਤੁਸੀਂ ਪਲੇਲਿਸਟ ਵਿੱਚ ਜਾ ਕੇ ਸਿਵਿਕਸ ਨਾਲ ਰਿਲੇਟਡ ਜੋ ਅਸੀਂ ਇੰਪੋਰਟੈਂਟ ਜੋ ਵੀਡੀਓਜ਼ ਕਰ ਚੁੱਕੇ ਹਾਂ ਉਹ ਵੀ ਤੁਸੀਂ ਦੇਖ ਸਕਦੇ ਹੋ। ਉਸ ਦੇ ਨਾਲ ਵੀ ਤੁਹਾਡੀ ਐਗਜ਼ਾਮ ਦੀ ਪ੍ਰੈਪਰੇਸ਼ਨ ਜੋ ਹੈ ਬਹੁਤ ਹੀ ਜ਼ਿਆਦਾ ਜੋ ਹੈ ਵਧੀਆ ਹੋ ਸਕਦੀ ਹੈ। ਸੋ ਬਹੁਤ ਹੀ ਕੁਐਸਚਨ ਜੋ ਹਨ ਇਸ ਤਰ੍ਹਾਂ ਦੇ ਸਾਡੇ ਇੱਕ ਤਰ੍ਹਾਂ ਸੁਣ ਕੇ ਦੇਖ ਕੇ ਸਾਡੇ ਮਾਈਂਡ ਦੇ ਵਿੱਚ ਉਹ ਸੈੱਟ ਹੋ ਜਾਂਦੇ ਹਨ, ਯਾਦ ਰਹਿ ਜਾਂਦੇ ਹਨ। ਸੋ ਜੇਕਰ ਅਸੀਂ ਪਹਿਲੀ ਰਾਜਪਾਲ ਬਣਨ ਵਾਲੀ ਇਸਤਰੀ ਦੀ ਗੱਲ ਕਰੀਏ ਤਾਂ ਉਹ ਹੋਏ ਸਨ ਸਰੋਜਨੀ ਨਾਇਡੂ ਜੀ, ਠੀਕ ਹੈ। ਸਰੋਜਨੀ ਨਾਇਡੂ ਜੋ ਹੋਏ ਸਨ ਪਹਿਲੀ ਰਾਜਪਾਲ ਬਣਨ ਵਾਲੇ ਜੋ ਇੱਕ ਫੀਮੇਲ ਸਨ, ਇੱਕ ਇਸਤਰੀ ਸਨ, ਠੀਕ ਹੈ। ਸੋ ਨੈਕਸਟ ਕੁਐਸਚਨ ਹੈ ਹੈਦਰਾਬਾਦ ਨਗਰ ਦੀ ਸਥਾਪਨਾ ਕਿਸਨੇ ਕੀਤੀ? ਠੀਕ ਹੈ, ਹੈਦਰਾਬਾਦ ਜੋ ਨਗਰ ਸੀ ਉਸ ਦੀ ਸਥਾਪਨਾ ਤੁਸੀਂ ਦੇਖ ਸਕਦੇ ਹੋ, ਜਿਵੇਂ ਅਸੀਂ ਅਵਧ ਦੀ ਕੀਤੀ ਹੈ, ਠੀਕ ਹੈ, ਸਆਦਤ ਖਾਂ ਸੀ 1722 ਈਸਵੀ ਦੇ ਵਿੱਚ। ਇਸੇ ਤਰ੍ਹਾਂ ਹੈਦਰਾਬਾਦ ਜੋ ਨਗਰ ਦੀ ਸਥਾਪਨਾ ਹੈ ਉਹ ਨਿਜ਼ਾਮ ਉਲ ਮੁਲਕ ਆਸਫ ਜਾਹ ਜੋ ਹੋਏ ਹਨ ਨਾਂ ਦੇ ਵਿਅਕਤੀ, ਉਹਨਾਂ ਨੇ 1724 ਈਸਵੀ ਤੋਂ 1748 ਈਸਵੀ ਤੱਕ ਦਾ ਉਹਨਾਂ ਦਾ ਜੋ ਟਾਈਮ ਪੀਰੀਅਡ ਹੈ, ਠੀਕ ਹੈ, ਉਹਨਾਂ ਨੇ ਜੋ ਹੈ ਇਸ ਹੈਦਰਾਬਾਦ ਨਗਰ ਦੀ ਜੋ ਹੈ ਸਥਾਪਨਾ ਕੀਤੀ ਸੀ। ਬਹੁਤ ਹੀ ਇੰਪੋਰਟੈਂਟ ਕੁਐਸਚਨ। ਇਸ ਤਰ੍ਹਾਂ ਕੋਈ ਵੀ ਜੋ ਰਾਜ ਸੁਤੰਤਰ ਹੋਏ ਹਨ, ਚਾਹੇ ਉਹ ਬੰਗਾਲ ਹੈ, ਹੈਦਰਾਬਾਦ ਹੈ, ਅਵਧ ਹੈ, ਇਸ ਤਰ੍ਹਾਂ ਦੀ ਜੋ ਰਿਆਸਤਾਂ ਜੋ ਸੁਤੰਤਰ ਹੋਈਆਂ ਬਾਅਦ ਦੇ ਵਿੱਚ, ਇਸ ਤਰ੍ਹਾਂ ਦੀ ਜੋ ਸਥਾਪਨਾ ਹੋਈ, ਕਦੋਂ ਹੋਈ, ਇਸ ਤਰ੍ਹਾਂ ਦੇ ਇੰਪੋਰਟੈਂਟ ਫੈਕਟ ਪੇਪਰ ਦੇ ਵਿੱਚ ਪੁੱਛ ਲਏ ਜਾਂਦੇ ਹਨ। ਸੋ ਇਹ ਕੁਐਸਚਨ ਦੇਣ ਦਾ ਇੱਕ ਮੇਨ ਮੋਟਿਵ ਇਹੀ ਹੈ ਕਿ ਇਸ ਤਰ੍ਹਾਂ ਦੇ ਟੌਪਿਕ ਦੇ ਵਿੱਚੋਂ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੇ ਕੁਐਸਚਨ ਕੋਈ ਵੀ ਫੈਕਟਰ ਰਿਲੇਟਡ ਪੁੱਛਿਆ ਜਾ ਸਕਦਾ ਹੈ। ਸੋ ਇੱਕ ਕੁਐਸਚਨ ਦੇ ਨਾਲ ਤੁਹਾਡੇ ਮਨ ਦੇ ਵਿੱਚ ਕਈ ਕੁਐਸਚਨ ਕ੍ਰੀਏਟ ਹੁੰਦੇ ਹਨ। ਸੋ ਤੁਸੀਂ ਉਸ ਦੇ ਨਾਲ ਰਿਲੇਟਡ ਜੋ ਹੈ ਤੁਸੀਂ ਆਪਣੇ ਸਾਰੇ ਹੀ ਫੈਕਟ ਕਲੀਅਰ ਕਰ ਸਕਦੇ ਹੋ। ਮੇਰੀ ਕੋਸ਼ਿਸ਼ ਰਹਿੰਦੀ ਹੈ ਇਸ ਦੇ ਨਾਲ ਤੁਹਾਨੂੰ ਹੋਰ ਵੀ ਫੈਕਟ ਦੱਸੇ ਜਾਣ। ਸੋ ਤੁਸੀਂ ਆਪਣੇ ਲੈਵਲ 'ਤੇ ਵੀ ਇਸ ਦੇ ਨਾਲ ਇੰਪੋਰਟੈਂਟ ਕੁਐਸਚਨਾਂ ਦੇ ਨਾਲ ਰਿਲੇਟਡ ਸਾਰੇ ਫੈਕਟ ਜੋ ਹੈ ਉਹ ਕਲੀਅਰ ਕਰ ਸਕਦੇ ਹੋ, ਨੋਟਸ ਬਣਾ ਸਕਦੇ ਹੋ। ਨੈਕਸਟ ਆਪਣਾ ਇੰਪੋਰਟੈਂਟ ਕੁਐਸਚਨ ਹੈ 23ਵਾਂ ਕੁਐਸਚਨ, ਪਹਿਲਾ ਅਖਿਲ ਭਾਰਤੀ ਸੰਮੇਲਨ ਕਦੋਂ ਹੋਇਆ ਹੈ? ਜੋ ਪਹਿਲਾ ਅਖਿਲ ਭਾਰਤੀ ਸੰਮੇਲਨ ਹੈ ਉਸ ਦਾ ਟਾਈਮ ਪੀਰੀਅਡ ਕੀ ਸੀ? ਤਾਂ ਮਾਰਚ 1918 ਈਸਵੀ ਦੇ ਵਿੱਚ ਜੋ ਹੈ ਪਹਿਲਾ ਅਖਿਲ ਭਾਰਤੀ ਜੋ ਸੰਮੇਲਨ ਹੋਇਆ ਸੀ, ਪਹਿਲਾ ਅਖਿਲ ਭਾਰਤੀ ਸੰਮੇਲਨ ਮਾਰਚ 1918 ਈਸਵੀ ਦੇ ਵਿੱਚ। ਸਭ ਤੋਂ ਇੰਪੋਰਟੈਂਟ ਨੈਕਸਟ ਕੁਐਸਚਨ ਹੈ ਕਲਿੰਗ ਯੁੱਧ, ਜੋ ਕਿ ਅਸ਼ੋਕ ਦੇ ਨਾਲ ਰਿਲੇਟਡ ਹੈ, ਠੀਕ ਹੈ। ਅਸ਼ੋਕ ਦਾ ਕਿੰਨਵਾਂ ਅਭਿਲੇਖ ਤੋਂ ਜੋ ਹੈ ਸਾਨੂੰ ਪਤਾ ਲੱਗਦਾ ਹੈ ਕਿ ਅਸ਼ੋਕ ਨੇ ਜੋ ਹੈ ਕਲਿੰਗ ਦਾ ਯੁੱਧ ਲੜਿਆ ਸੀ, ਠੀਕ ਹੈ। ਅਸ਼ੋਕ ਦੇ ਕਲਿੰਗ ਯੁੱਧ ਦਾ ਵਰਣਨ ਸਾਨੂੰ ਕਿੰਨਵੇਂ ਅਭਿਲੇਖ ਤੋਂ ਮਿਲਦਾ ਹੈ? ਇਸ ਤਰ੍ਹਾਂ ਪੁੱਛ ਲਿਆ ਜਾਂਦਾ ਹੈ ਕਿ ਅਭਿਲੇਖ ਜੋ ਅਸ਼ੋਕ ਦੇ ਹਨ ਉਸ ਦੀ ਗਿਣਤੀ ਦੇ ਵਿੱਚੋਂ ਕਿੰਨਵਾਂ ਅਭਿਲੇਖ ਜੋ ਸੀ ਜੋ ਕਲਿੰਗ ਯੁੱਧ ਦੇ ਨਾਲ ਰਿਲੇਟਡ ਸੀ, ਅਸ਼ੋਕ ਦੇ ਧੰਮ ਦੇ ਨਾਲ ਕਿਹੜਾ ਜੋ ਸੀ ਠੀਕ ਹੈ ਅਭਿਲੇਖ ਰਿਲੇਟਡ ਸੀ, ਇਸ ਤਰ੍ਹਾਂ ਪੁੱਛਿਆ ਜਾਂਦਾ ਹੈ। ਸੋ ਇਸ ਦਾ ਰਾਈਟ ਆਨਸਰ ਜੋ ਹੈ ਉਹ ਹੈ ਸਾਡਾ 13ਵਾਂ ਜੋ ਹੈ ਅਭਿਲੇਖ, ਠੀਕ ਹੈ। ਅਸ਼ੋਕ ਦੇ 13ਵੇਂ ਅਭਿਲੇਖ ਦੇ ਨਾਲ ਜੋ ਹੈ ਕਲਿੰਗ ਯੁੱਧ ਦਾ ਜੋ ਹੈ ਵਰਣਨ ਸੰਬੰਧਿਤ ਹੈ। ਕਲਿੰਗ ਯੁੱਧ ਦਾ ਵਰਣਨ ਸਾਨੂੰ ਅਸ਼ੋਕ ਦੇ 13ਵੇਂ ਅਭਿਲੇਖ ਤੋਂ ਮਿਲਦਾ ਹੈ। ਤੇ ਕਲਿੰਗ ਯੁੱਧ ਹੋਇਆ ਕਦੋਂ ਸੀ? ਤਾਂ 255 ਈਸਵੀ ਪੂਰਵ ਦੇ ਵਿੱਚ ਜੋ ਹੈ ਕਲਿੰਗ ਯੁੱਧ ਉਹ ਅਸ਼ੋਕ ਦੇ ਦੁਆਰਾ ਲੜਿਆ ਗਿਆ ਸੀ, ਠੀਕ ਹੈ। ਅਸ਼ੋਕ ਨੇ ਇਸ ਤੋਂ ਬਾਅਦ ਕੀ ਕੀਤਾ? ਇਸ ਤੋਂ ਬਾਅਦ ਕਲਿੰਗ ਯੁੱਧ ਤੋਂ ਬਾਅਦ ਉਸਦਾ ਮਨ ਇੰਨਾ ਹੀ ਜ਼ਿਆਦਾ ਜੋ ਹੈ ਦੇਖ ਕੇ ਖਰਾਬ ਹੁੰਦਾ ਹੈ ਕਿ ਇਸ ਤਰ੍ਹਾਂ ਜੋ ਖੂਨ ਖਰਾਬਾ ਹੁੰਦਾ ਹੈ, ਕਿੰਨੀਆਂ ਮੌਤਾਂ ਹੁੰਦੀਆਂ ਹਨ। ਸੋ ਉਹ ਕੀ ਕਰਦਾ ਹੈ, ਉਹ ਯੁੱਧ ਦਾ ਜੋ ਹੈ ਤਿਆਗ ਕਰ ਦਿੰਦਾ ਹੈ, ਉਸ ਯੁੱਧਾਂ ਤੋਂ ਜੋ ਹੈ ਤੌਬਾ ਕਰ ਲੈਂਦਾ ਹੈ। ਉਸ ਤੋਂ ਬਾਅਦ ਅਸ਼ੋਕ ਕੋਈ ਵੀ ਯੁੱਧ ਨਹੀਂ ਲੜਦਾ ਤੇ ਉਹ ਜੋ ਹੈ ਬੁੱਧ ਧਰਮ ਨੂੰ ਸਵੀਕਾਰ ਕਰ ਲੈਂਦਾ ਹੈ, ਬੁੱਧ ਧਰਮ ਦਾ ਪੈਰੋਕਾਰ ਬਣ ਜਾਂਦਾ ਹੈ, ਠੀਕ ਹੈ। ਤੇ ਉਸਨੇ ਜੋ ਹੈ ਫਿਰ ਇੱਕ ਬਹੁਤ ਇੰਪੋਰਟੈਂਟ ਕੰਮ ਕੀਤਾ, ਅਸ਼ੋਕ ਧੰਮ ਜੋ ਹੈ ਉਸ ਦੇ ਵਿੱਚ ਉਸਨੇ ਜੋ ਕਿਵੇਂ ਜੀਵਨ ਬਤੀਤ ਕਰਨਾ ਹੈ, ਸਦਾਚਾਰ ਜੋ ਨੈਤਿਕ ਅਸੂਲ ਹੁੰਦੇ ਹਨ ਉਸ ਦੇ ਵਿੱਚ ਜੋ ਅਸ਼ੋਕ ਧੰਮ ਦੇ ਵਿੱਚ ਉਸਨੇ ਸਾਰੇ ਹੀ ਆਪਣੇ ਸਿਧਾਂਤ ਦਿੱਤੇ ਹਨ। ਸੋ ਜੇਕਰ ਅਸੀਂ ਅਸ਼ੋਕ ਧੰਮ ਦੀ ਗੱਲ ਕਰੀਏ ਉਸ ਦਾ ਜੋ ਸਾਨੂੰ ਜ਼ਿਕਰ ਕਿੰਨਵੇਂ ਅਭਿਲੇਖ ਦੇ ਵਿੱਚ ਮਿਲਦਾ ਹੈ ਤਾਂ 11ਵੇਂ ਅਭਿਲੇਖ ਦੇ ਵਿੱਚ, ਠੀਕ ਹੈ। ਸੋ ਕਲੀਅਰ ਹੁੰਦੇ ਇਸ ਦੇ ਨਾਲ ਕਾਫੀ ਫੈਕਟ ਤੁਹਾਡੇ। ਕਲਿੰਗ ਯੁੱਧ ਦਾ ਜੋ ਵਰਣਨ ਮਿਲਦਾ ਹੈ ਅਭਿਲੇਖ 13 ਤੋਂ, ਤੇ ਜੋ ਅਸ਼ੋਕ ਧੰਮ ਦਾ ਜੋ ਸਾਨੂੰ ਵਰਣਨ ਮਿਲਦਾ ਹੈ ਅਸ਼ੋਕ ਦੇ ਅਭਿਲੇਖ 11ਵੇਂ ਤੋਂ। ਨੈਕਸਟ ਜੋ 25ਵਾਂ ਕੁਐਸਚਨ ਹੈ 25 ਕੁਐਸਚਨ, ਭਾਰਤ ਰਾਜਾਂ ਦਾ ਸੰਘ ਹੋਵੇਗਾ, ਠੀਕ ਹੈ, ਕਿਸ ਅਨੁਛੇਦ ਦੇ ਵਿੱਚ ਕਿਹਾ ਗਿਆ ਹੈ? ਭਾਰਤ ਨੂੰ ਰਾਜਾਂ ਦਾ ਸੰਘ ਜੋ ਅਨੁਛੇਦ ਕਿੰਨਵੇਂ ਦੇ ਵਿੱਚ ਕਿਹਾ ਗਿਆ ਹੈ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਸਿਵਿਕਸ ਦਾ। ਸੋ ਇਹ ਅਨੁਛੇਦ ਜੋ ਹੈ ਭਾਗ 1 ਦੇ ਵਿੱਚ ਜੋ ਹੈ ਇਸ ਦੀ ਗੱਲ ਕੀਤੀ ਗਈ ਹੈ। ਅਨੁਛੇਦ ਦੇ ਵਿੱਚ ਜੋ ਭਾਰਤ ਕੀ ਹੋਏਗਾ? ਰਾਜਾਂ ਦਾ ਇੱਕ ਸੰਘ ਹੋਵੇਗਾ। ਅਨੁਛੇਦ 1 ਦੇ ਵਿੱਚ ਜੋ ਹੈ ਇਸ ਦਾ ਜ਼ਿਕਰ ਕੀਤਾ ਗਿਆ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਕੌਣ ਸਨ? ਆਜ਼ਾਦ ਭਾਰਤ ਦੇ ਜੋ ਪਹਿਲੇ ਸਿੱਖਿਆ ਮੰਤਰੀ ਕੌਣ ਰਹੇ ਹਨ? ਇਸ ਤਰ੍ਹਾਂ ਜੋ ਤੁਹਾਨੂੰ ਕੁਐਸਚਨ ਪੁੱਛ ਲਏ ਜਾਂਦੇ ਹਨ ਸਿਵਿਕਸ ਦੇ ਵਿੱਚ ਜੋ ਇੰਪੋਰਟੈਂਟ ਰਿਲੇਟਡ ਜੋ ਹੁੰਦੇ ਹਨ। ਸੋ ਸਿੱਖਿਆ ਮੰਤਰੀ ਦੀ ਜੇਕਰ ਗੱਲ ਕਰੀਏ ਆਜ਼ਾਦ ਭਾਰਤ ਦੇ ਤਾਂ ਉਹ ਹੋਏ ਹਨ ਮੌਲਾਨਾ ਅਬੁਲ ਕਲਾਮ ਆਜ਼ਾਦ, ਠੀਕ ਹੈ। ਆਜ਼ਾਦ ਭਾਰਤ ਦੇ ਪਹਿਲੇ ਜੋ ਸਿੱਖਿਆ ਮੰਤਰੀ ਇਹ ਬਣੇ ਸਨ ਮੌਲਾਨਾ ਅਬੁਲ ਕਲਾਮ ਆਜ਼ਾਦ।
ਤੇ ਇਹਨਾਂ ਦਾ ਜੋ ਟਾਈਮ ਪੀਰੀਅਡ ਰਿਹਾ ਹੈ ਜੋ ਇਹਨਾਂ ਨੇ ਸੇਵਾ ਨਿਭਾਈ ਹੈ 15 ਅਗਸਤ 1947 ਤੋਂ 2 ਫਰਵਰੀ 1958 ਤੱਕ ਦਾ ਟਾਈਮ ਜੋ ਹੈ ਇਹਨਾਂ ਦਾ ਸੇਵਾ ਦਾ ਰਿਹਾ ਹੈ। ਸੋ ਸਿੱਖਿਆ ਮੰਤਰੀ ਜੇਕਰ ਪੁੱਛ ਲਏ ਜਾਣ ਤਾਂ ਇਹ ਹਨ ਆਜ਼ਾਦ ਭਾਰਤ ਦੇ ਮੌਲਾਨਾ ਅਬੁਲ ਕਲਾਮ ਆਜ਼ਾਦ। ਨੈਕਸਟ ਇੰਪॉर्टेंट क्वेश्चन है गणतंत्र प्रणाली किस देश तो अपनाई गई सी। तो बहुत ही जो है ईजी क्वेश्चन है कि जो फ्रांस तो अपनाई गई सी गणतंत्री जो प्रणाली है, ठीक है, किस तो अपनाई गई सी फ्रांस तो। नैक्सट इंपॉर्टेंट क्वेश्चन है पहले जो गृह मंत्री कौन हुए हैं, ठीक है, पहले जिवें असीं सिक्ख्या मंत्री मौलाना अबुल कलाम आज़ाद कीते, इस तरह के क्वेश्चन पेपर विच आ सकते हैं। पहले गृह मंत्री कौन हुए हैं, इस तरह का क्वेश्चन बहुत ही इंपॉर्टेंट पूछा जा सकता है। सो इसका राइट आंसर है बल्लभ भाई पटेल, ठीक है, जिन्होंने लोह पुरुष भी कहा जाता है। सो इन्हों जो है पहले गृह मंत्री होने का जो है मान मिलिया है, पहले गृह मंत्री बने सन सरदार बल्लभ भाई पटेल जी, तो लोह पुरुष इन्हों जो है वो कहा जाता है। इस दे नाल ही जो साडा सैकेंड लास्ट क्वेश्चन है पहले रेल मंत्री का नाम की सी, जो पहले रेल मंत्री बने सन भारत दे, वट इज़ द रेलवे मिनिस्टर ऑफ इंडिया, रेलवे मंत्री कौन बने सन, ठीक है। सो वो सन साडे जो मोस्ट इंपॉर्टेंट क्वेश्चन इस तरह का, सो ये बने सन जो साडे रेल मंत्री आसिफ अली, ठीक है, आसिफ अली जो सन पहले रेल मंत्री बने सन, ठीक है। आसिफ अली का नाम किस दे नाल जुड़िया है, पहले रेल मंत्री दे नाल। लास्ट इंपॉर्टेंट क्वेश्चन है मुस्लिम लीग की स्थापना कदों हुई। वेरी वेरी इंपॉर्टेंट क्वेश्चन है मुस्लिम लीग की स्थापना तो ये हुई सी 30 दसंबर 1906 ईस्वी नूं जो है ढाका दे विच हुई सी नवाब सलीम उल्लाह की अगवाई दे विच। मुस्लिम लीग की स्थापना कदों हुई 30 दसंबर 1906 ईस्वी नूं। 1906 ईस्वी जो है तुसीं याद रखना है, जिस दे विच मुस्लिम लीग की जो है स्थापना हुई तो किस दी अगवाई दे विच हुई, नवाब सलीम उल्लाह की अगवाई दे विच। सो ये सन फ्रेंड्स अज दे मोस्ट इंपॉर्टेंट 30 क्वेश्चनस। इस तो पहला जो है असी सिविक्स के नाल रिलेटेड जिवें गणतंत्री प्रणाली किस देश तो अपनाई गई, अधिकार किस देश तो अपनाए गए, कर्तव्य किस देश तो अपनाए गए, इस तरह के असी काफ़ी क्वेश्चन जो हैं एक वीडियो दे विच जो है सिविक्स की प्लेलिस्ट विच तुसीं देख सकते हो कर चुके हैं। सो ये सारे ही क्वेश्चन बहुत ही एग्जाम रैलेवेंट तो बहुत ही ज़्यादा इंपॉर्टेंट हैं, बहुत ही जो डीपली एनालिसिस तो बाद मैं ये क्वेश्चन तुहाडे सामने रखे हैं। आई होप तुहानूं सारिਆਂ ਨੂੰ ਇਹ क्वेश्चन ਦੇ ਨਾਲ ਤੁਹਾਡੀ नॉलेज जो है बहुत ही ज़्यादा अपडेट होएगी। सो इस तो ਪਹਿਲਾਂ जेकर तुसी इस तो ਪਹਿਲਾਂ ਦੇ जो वीडियोज़ तुसी नहीं देखे तो तुसी चैनल ਨੂੰ ਜ਼ਰੂਰ सबसक्राइब करके ਪਹਿਲੀਆਂ वीडियोज़ जो प्लेलिस्ट ਵਿੱਚ ਜਾ ਕੇ देख सकते हो। सो इसे तरह ही तुसी अपनी प्रैपरेशन ਵਧੀਆ कर सकते हो। सो थैंक यू फॉर वॉचिंग माई वीडियो फ्रेंड्स, थैंक यू।